ਰੋਜ਼ਾਨਾ ਲੋਕ ਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਇੱਕ ਅਹਿਮ ਮਸਲੇ ਤੇ। ਜਿੱਦਣ ਤੋਂ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ਹਾਈ ਕੋਰਟ ਦੇ ਵਿੱਚੋਂ ਖਾਰਜ ਹੋਈ ਹੈ, ਉਸੇ ਦਿਨ ਤੋਂ ਸਿਆਸਤ ਲਗਾਤਾਰ ਗਰਮਾਉਣੀ ਸ਼ੁਰੂ ਹੈ। ਹਰਵਿੰਦਰ ਸਿੰਘ ਫੂਲਕਾ ਜਿਹੜੇ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਪਰ ਵਿਧਾਇਕ ਬਣੇ ਸੀ ਤੇ ਬੇਅਦਬੀ ਮਾਮਲੇ ਅਤੇ ਗੋਲੀ ਕਾਂਡਾ ਦੇ ਵਿੱਚ ਇਨਸਾਫ ਨਾ ਮਿਲਦਾ ਦੇਖ ਕੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਨਵਜੋਤ ਸਿੰਘ ਸਿੱਧੂ ਨੂੰ, ਜਿਹਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਫਰਜ਼ ਯਾਦ ਕਰਵਾਏ ਸੀ ਕਿ ਤੁਸੀਂ ਪਹਿਲਾਂ ਇਦਾਂ ਕਹਿੰਦੇ ਸੀ ਤੇ ਹੁਣ ਨਵਜੋਤ ਜੀ ਤੁਹਾਨੂੰ ਇਦਾਂ ਕਰਨਾ ਚਾਹੀਦਾ। ਤੇ ਉਸ ਚਿੱਠੀ ਦੇ ਜਵਾਬ ਦੇ ਵਿੱਚ ਇੱਕ ਵੱਡੀ ਚਿੱਠੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਲਿਖੀ ਗਈ ਹੈ। ਇਹ ਖੁੱਲੀ ਚਿੱਠੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਸਾਂਝੀ ਕੀਤੀ ਗਈ ਹੈ ਤੇ ਇਸ ਚਿੱਠੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ। ਬਹੁਤ ਸਾਰੀਆਂ ਮਾਮਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਨੂੰ ਇਸ ਚਿੱਠੀ ਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਚਿੱਠੀ ਬੰਬ ਦੇ ਰੂਪ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਨੂੰ ਮੇਰਾ ਮੰਤਰਾਲਿਆ ਜਿਹੜਾ ਸੀਗਾ ਮੰਤਰੀ ਦਾ ਮਹਿਕਮਾ ਕਿਉਂ ਬਦਲਿਆ ਗਿਆ, ਕਿਉਂ ਕੈਪਟਨ ਅਮਰਿੰਦਰ ਸਿੰਘ ਨੂੰ ਮੇਰਾ ਮੰਤਰੀ ਦਾ ਮਹਿਕਮਾ ਬਦਲਣ ਦੀ ਲੋੜ ਪੈ ਗਈ ਤੇ ਮੈਂ ਕਿਹੜੀ ਆਵਾਜ਼ ਚੱਕੀ ਸੀ ਜਿਹਦੇ ਕਰਕੇ ਮੈਨੂੰ ਘਾਟਾ ਪਿਆ। ਤਾਂ ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਇਸ ਪੂਰੀ ਚਿੱਠੀ ਦੇ ਉੱਪਰ ਵਿਸਤਾਰਪੂਰਵਕ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਕੁਲਵੰਤ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਬਹੁਤ ਧੰਨਵਾਦ ਸੁਖਵਿੰਦਰ ਸਿੱਧੂ ਜੀ, ਤੇ ਮੇਰੇ ਵੱਲੋਂ ਰੋਜ਼ਾਨਾ ਲੋਕਨਾਥ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਵੰਤ ਜੀ, ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਮੈਂ ਓਪਨਿੰਗ ਦੇ ਵਿੱਚ ਦੱਸਿਆ ਹੈ ਕਿ ਆਪਾਂ ਕਿਸ ਮਾਮਲੇ ਤੇ ਗੱਲਬਾਤ ਕਰਨ ਜਾ ਰਹੇ ਹਾਂ। ਹਰਵਿੰਦਰ ਸਿੰਘ ਫੂਲਕਾ ਨੇ ਪਹਿਲਾਂ ਚਿੱਠੀ ਲਿਖੀ ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਖੁੱਲੀ ਚਿੱਠੀ ਲਿਖ ਦਿੱਤੀ ਗਈ ਹੈ। ਖੁੱਲੀ ਚਿੱਠੀ ਮੈਂ ਇਸ ਲਈ ਕਹਿ ਰਿਹਾ, ਇੱਕ ਤਾਂ ਲੰਬੀ ਬਹੁਤ ਚਿੱਠੀ ਹੈ, ਆਪਾਂ ਕਹਿ ਦਿੰਦੇ ਹਾਂ ਖੁੱਲੇ ਦਿਲ ਨਾਲ ਲਿਖੀ ਗਈ ਹੈ, ਇੱਕ ਵਿਚਾਰ ਉਹਦੇ ਵਿੱਚ ਉਹਨਾਂ ਨੇ ਆਪਣਾ ਸਾਂਝਾ ਕੀਤਾ ਤੇ ਦੂਜਾ ਉਹਨਾਂ ਨੇ ਇਹ ਚਿੱਠੀ ਲੁਕਵੇਂ ਢੰਗ ਨਾਲ ਨਹੀਂ ਸਗੋਂ ਦੀ ਆਪਣੇ ਫੇਸਬੁੱਕ ਪੰਨੇ ਦੇ ਉੱਪਰ ਵੀ ਇਸ ਚਿੱਠੀ ਨੂੰ ਸਾਂਝਾ ਕੀਤਾ ਗਿਆ। ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੀ ਲਿਖਿਆ ਤੇ ਕੀ ਕੁਝ ਉਹਨਾਂ ਨੇ ਦੱਸਿਆ ਕਿ ਮੈਂ ਪਹਿਲਾਂ ਕੀ ਕੁਝ ਕਰ ਚੁੱਕਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹੜੀਆਂ ਗੱਲਾਂ ਲਈ ਆਪਾਂ ਜ਼ਿੰਮੇਵਾਰ ਠਹਿਰਾਇਆ। ਸੌਖੇ ਤੇ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਆਪਾਂ ਸਮਝਾ ਦਈਏ ਦਰਸ਼ਕਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਦੇ ਬਾਰੇ। ਦੇਖੋ ਸੁਖਵਿੰਦਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਦਾ ਜ਼ਿਕਰ ਕਰੀਏ, ਇਸ ਤੋਂ ਪਹਿਲਾਂ ਆਪਾਂ ਦੇਖੀਏ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਚਿੱਠੀ ਲਿਖਣੀ ਕਿਉਂ ਪਈ। ਕਿਉਂਕਿ ਹਰਵਿੰਦਰ ਸਿੰਘ ਫੂਲਕਾ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਨੇ, ਸਿੱਖ ਜਗਤ ਦੇ ਵਿੱਚ 84 ਦੇ ਵਿੱਚ ਸਿੱਖ ਕਤਲੇਆਮ ਜਿਹੜਾ ਹੋਇਆ ਉਹਨਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਤਨਦੇਹੀ ਦੇ ਨਾਲ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਤੱਕ ਜਿਹੜਾ ਉਹਨਾਂ ਦੀ ਚਾਰਾਜੋਈ ਕਰ ਰਹੇ ਨੇ, ਉਹਨਾਂ ਦੀ ਵਕਾਲਤ ਵੀ ਕਰ ਰਹੇ ਨੇ, ਉਹਨਾਂ ਦੇ ਨਾਲ ਖੜੇ ਹੋਏ ਨੇ, ਉਸ ਨੂੰ ਲੈ ਕੇ ਪਲੱਸ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਵੀ ਰਹੇ ਨੇ, ਵਿਧਾਇਕ ਵੀ ਰਹੇ ਨੇ, ਕਾਫੀ ਸਤਿਕਾਰ ਹੈਗਾ ਉਹਨਾਂ ਦਾ। ਤੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਦਾ ਦੇਖ ਕੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ, ਉਹਨੂੰ ਵੀ ਕਾਫੀ ਲੋਕਾਂ ਨੇ ਜਿਹੜਾ ਸਲਾਹਿਆ। ਤੇ ਹੁਣ ਜਦੋਂ ਇਹਨਾਂ ਮਾਮਲਿਆਂ ਦੇ ਵਿੱਚ SIT ਵੱਲੋਂ SIT ਦੀ ਜਿਹੜੀ ਜਾਂਚ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ, ਤੇ ਉਸ ਤੋਂ ਬਾਅਦ ਜਿਹੜੇ ਹਰਵਿੰਦਰ ਸਿੰਘ ਫੂਲਕਾ ਹੋਣੀ ਜਿਹੜੇ ਨੇ ਉਹ ਅੰਦਰੋਂ ਅੰਦਰੀ ਕਾਫੀ ਦੁਖੀ ਨਜ਼ਰ ਆਏ ਨੇ। ਜਿੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਵੀ ਕਈ ਬਿੰਦੂ ਜਿਹੜੇ ਨੇ ਉਹਦੇ ਤੇ ਉਹਨਾਂ ਨੂੰ ਚਿੰਨ੍ਹਿਤ ਕਰਕੇ ਉਹਨਾਂ ਨੂੰ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਵਿੱਚ ਕਈ ਲਕੂਨੇ ਜਿਹੜੇ ਰੱਖੇ ਗਏ ਨੇ, ਕਈ ਊਣਤਾਈਆਂ ਰੱਖੀਆਂ ਗਈਆਂ ਨੇ, ਇਹਨਾਂ ਦੇ ਜਿਹੜੇ ਮਤੇ ਪਾਸ ਕੀਤੇ ਗਏ ਨੇ, ਅੱਗੇ ਚੱਲ ਕੇ ਇਹਨਾਂ ਹੀ ਚੀਜ਼ਾਂ ਦਾ ਜਿਹੜਾ ਫਾਇਦਾ ਲੈ ਜਾਣਗੇ ਮੁਲਜ਼ਮ ਜਿਹੜੇ ਨੇ, ਤੇ ਉਹੀ ਕੁਛ ਹੋਇਆ ਜਿਹੜਾ ਮੈਂ ਪਹਿਲਾਂ ਕਿਹਾ ਸੀ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮੁਲਜ਼ਮ ਜਿਹੜੇ ਸੀਗੇ ਪੁਲਿਸ ਅਧਿਕਾਰੀ, ਉਹਨਾਂ ਨੂੰ ਫਾਇਦਾ ਪਹੁੰਚਾਉਣ ਨੂੰ, ਜਿਹੜੇ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ ਜਿਹੜਾ ਉਹ ਇੱਥੋਂ ਤੱਕ ਹੋਇਆ ਕਿ ਜਿਹੜੇ ਪੁਲਿਸ ਅਧਿਕਾਰੀ SIT ਦੇ ਮੈਂਬਰ ਸੀਗੇ ਉਹਨਾਂ ਨੇ ਜਿਹੜੀ ਜਾਂਚ ਰਿਪੋਰਟ ਸੀਗੀ ਉਹਦੇ ਤੇ ਬਾਕੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਬਾਕੀ ਦੇ ਮੈਂਬਰਾਂ ਵੱਲੋਂ ਉਸ ਦੇ ਉੱਤੇ ਹਸਤਾਖਰ ਹੀ ਨਹੀਂ ਕੀਤੇ ਗਏ। ਤੇ ਜਦੋਂ ਹਸਤਾਖਰ ਨਹੀਂ ਕੀਤੇ ਗਏ ਤੇ ਉਹ ਫਿਰ ਜਿਹੜੀ ਚੀਜ਼ ਹੈ ਉਹ ਅਦਾਲਤ ਦੇ ਵਿੱਚ SIT ਦੇ ਖਿਲਾਫ ਚਲੀ ਗਈ ਤੇ ਇਸੇ ਕਰਕੇ SIT ਰਿਪੋਰਟ ਰੱਦ ਹੋ ਗਈ। ਤੇ ਬੜੇ ਗੰਭੀਰ ਜਿਹੜੇ ਸੀ ਉਹਨਾਂ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਵਾਲ ਚੱਕੇ ਸੀ। ਇਹਦੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ ਗਰਜਨ ਦਾ ਨਹੀਂ ਵਰਨ ਦਾ ਵੇਲਾ ਹੈ, ਇਹ ਜਿਹੜਾ ਆਪਣੀ ਸਰਕਾਰ ਤੋਂ ਜਵਾਬ ਮੰਗੋ ਤੇ ਜੇ ਨਹੀਂ ਮੰਗ ਸਕਦੇ ਤਾਂ ਤੁਸੀਂ ਅਸਤੀਫਾ ਦੇ ਦਿਓ ਜੀ। ਉਸੇ ਦੇ ਜਵਾਬ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਚਿੱਠੀ ਲਿਖੀ ਹੈ
ਖੁੱਲੀ ਚਿੱਠੀ ਲਿਖੀ ਆ ਫੇਸਬੁੱਕ ਪੇਜ ਦੇ ਉੱਤੇ, ਉਹਨਾਂ ਨੇ ਆਪਣੀ ਪਾਈ ਹੈਗੀ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਨੇ, ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡੇ ਮਨ ਦੇ, ਤੁਹਾਡਾ ਜਿਹੜਾ ਜਿਸ ਤਰ੍ਹਾਂ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ, ਤੁਹਾਡੇ ਪ੍ਰਤੀ ਮੇਰੇ ਮਨ ਦੇ ਵਿੱਚ ਅਥਾਹ ਪਿਆਰ ਹੈ ਤੇ ਸਤਿਕਾਰ ਹੈ। ਤੇ ਪਰ ਇਹਦੇ ਬਾਵਜੂਦ ਵੀ 27 ਮਹੀਨਿਆਂ ਦੀ ਜਿਹੜੀ ਕੈਬਨਿਟ ਦੇ ਵਿੱਚ ਮੈਂ ਜਦੋਂ ਤੋਂ ਰਿਹਾ, ਉਸ ਸਮੇਂ ਦੇ ਦੌਰਾਨ ਜਿਹੜਾ ਮੈਂ ਵੱਖ-ਵੱਖ ਸਮੇਂ ਦੇ ਉੱਤੇ ਲਗਾਤਾਰ ਜਿਹੜੀ ਆਪਣੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਦੇ ਇਨਸਾਫ ਲਈ ਤੇ ਨਸ਼ਿਆਂ ਦੇ ਮਾਮਲੇ ਤੇ ਹੋਰ ਬੜੇ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਹਿੱਤ ਦੇ ਵਿੱਚ ਸੀਗੇ, ਉਹਨਾਂ ਨੂੰ ਜਿਹੜਾ ਮੈਂ ਲਗਾਤਾਰ ਚੁੱਕਦਾ ਆਇਆ। ਤੇ ਵਿਧਾਨ ਸਭਾ ਦੇ ਵਿੱਚ ਵੀ ਆਵਾਜ਼ ਚੁੱਕੀ ਸੀਗੀ ਮੈਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲੇ ਕੇਸ ਦੇ ਵਿੱਚ ਜਿਹੜਾ ਉਹਨੂੰ ਸੱਚ ਨੂੰ ਉਜਾਗਰ ਕੀਤੇ ਜਾਣ ਦੀ ਜਿਹੜੀ ਰਿਪੋਰਟ ਪੇਸ਼ ਕਰਦਿਆਂ ਰਾਜਨੀਤਿਕ ਦੋਸ਼ੀਆਂ ਨੂੰ ਦੇ ਖਿਲਾਫ ਜਿਹੜਾ ਉਹ ਖੁੱਲ੍ਹ ਕੇ ਬੋਲੇ ਸੀ ਉਹ। ਤੇ ਇਸ ਤੋਂ ਬਾਅਦ ਸੈਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਇਹਦਾ ਇੱਕ ਪੱਤਰਕਾਰ ਸੰਮੇਲਨ ਵੀ ਕੀਤਾ ਸੀ, ਤੇ ਜਿਹਦੇ ਵਿੱਚ ਜਿਹੜੀ CCTV ਫੁਟੇਜ 14 ਤੇ 15 ਅਕਤੂਬਰ 2015 ਨੂੰ ਜਿਹੜੀ ਘਟਨਾ ਵਾਪਰੀ ਸੀ, ਜਿਹੜੀ CCTV ਫੁਟੇਜ ਜਿਹੜਾ ਉੱਥੇ ਗੋਲੀकांड ਵਾਪਰੀ ਸੀ, ਬਿਲਕੁਲ, ਤੇ ਜਿਹੜੀ CCTV ਫੁਟੇਜ ਮੌਕੇ ਦੀ ਪੰਜਾਬ ਸਰਕਾਰ ਨੇ ਦੱਬ ਕੇ ਰੱਖੀ ਹੋਈ ਸੀ, ਸਿੱਧੂ ਉਹਨਾਂ ਦਾ ਕਹਿਣਾ ਹੈ ਕਿ ਉਹ CCTV ਫੁਟੇਜ ਜਿਹੜੀ ਮੈਂ ਉਹ ਪੱਤਰਕਾਰ ਸੰਮੇਲਨ ਦੇ ਵਿੱਚ ਜਨਤਕ ਕੀਤੀ ਸੀ, ਤੇ ਉਹੀ ਜਿਹੜੀ ਰਿਪੋਰਟ ਉਸੇ ਦੇ ਆਧਾਰ ਦੇ ਉੱਤੇ ਜਿਹੜੀ ਸੀਗੀ ਉਹ ਅੱਗੇ ਚੱਲ ਕੇ ਜਿਹੜੀਆਂ ਸਾਰੀਆਂ ਕਾਰਵਾਈਆਂ ਹੋਈਆਂ, ਕਿਉਂਕਿ ਉਸ ਫੁਟੇਜ ਦੇ ਵਿੱਚ ਜਿਹੜੀ ਹੈ ਉਹ ਸਾਰਾ ਕੁਝ ਇਹ ਸਪਸ਼ਟ ਨਜ਼ਰ ਆਉਂਦਾ ਕਿ ਪੁਲਿਸ ਜਿਹੜੇ ਆ ਉਹ ਕਿਸ ਤਰ੍ਹਾਂ ਸ਼ਾਂਤ ਬੈਠੇ ਨਿਹੱਥੇ ਲੋਕਾਂ ਦੇ ਉੱਤੇ ਜਿਹੜੀ ਉਹ ਤਸੱਦਦ ਕਰਦੀ ਹੈ, ਗੋਲੀ ਚਲਾਉਂਦੀ ਹੈ, ਤੇ ਫੁਟੇਜ ਦੇ ਵਿੱਚ ਸਾਫ਼ ਸਪਸ਼ਟ ਜਿਹੜਾ ਸਾਬਤ ਹੁੰਦਾ ਕਿ ਕੌਣ ਦੋਸ਼ੀ ਸਨ, ਕਿਹੜੇ ਲੋਕ ਤਸੱਦਦ ਕਰ ਰਹੇ ਸਨ, ਕਿਹੜੇ ਲੋਕ ਫੋਨ ਦੇ ਉੱਤੇ ਹੁਕਮ ਲੈ ਰਹੇ ਸਨ, ਕਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਹੁਕਮਰਾਨਾਂ ਵੱਲੋਂ ਫੋਨ ਕੀਤੇ ਜਾ ਰਹੇ ਸਨ, ਤੇ ਲਗਾਤਾਰ ਜਿਹੜੀ ਸੀਗੀ ਉਹ ਇਸ ਤਰ੍ਹਾਂ ਦੀ ਜਿਹੜੀ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਉਸ CCTV ਫੁਟੇਜ ਦੇ ਵਿੱਚ ਉਹ ਸਾਹਮਣੇ ਆਈਆਂ ਸੀਗੀਆਂ। ਤੇ ਇਸੇ ਚੱਕਰ ਦੇ ਵਿੱਚ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਸੀਗੇ, ਜਦੋਂ ਫਿਰ ਬਾਅਦ ਵਿੱਚ FIR ਦਰਜ ਕੀਤੀ ਗਈ ਤਾਂ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਸੀਗੇ ਉਹ ਵਿੱਚੋਂ ਨਿਕਲ ਕੇ ਸਾਹਮਣੇ ਆਏ, ਤੇ ਉਸ ਤੋਂ ਬਾਅਦ ਜਿਹੜੀ ਹੈ SIT ਨੇ ਵੀ ਇਸ ਉੱਤੇ ਜਿਹੜੀ ਹੈ ਉਹ ਜਾਂਚ ਕੀਤੀ। ਪਰ ਉਹ ਸਿੱਧੂ ਉਹਨਾਂ ਦਾ ਕਹਿਣਾ ਸੀਗਾ ਕਿ FIR ਦਰਜ ਕਰਨਾ, ਸਿੱਟ ਬਣਾਉਣਾ, ਜਾਂਚ ਕਰਨੀ, ਕਾਨੂੰਨੀ ਕੇਸ ਕਰਨਾ, ਗ੍ਰਿਫਤਾਰੀਆਂ ਕਰਨੀਆਂ, ਇਹ ਸਾਰੀਆਂ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਸੂਬੇ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ, ਤੇ ਸੂਬੇ ਦੇ ਗ੍ਰਹਿ ਮੰਤਰੀ ਕੋਲ ਇਹਨਾਂ ਸਾਰੀਆਂ ਚੀਜ਼ਾਂ ਦਾ ਚਾਰਜ ਹੁੰਦਾ। ਯਾਨੀ ਕਿ ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਜਿਹੜਾ ਉਹਨਾਂ ਨੇ ਸਾਰਾ ਜਾਂਚ ਕੀਤੀ ਜਾਂ SIT ਨੇ ਜਾਂਚ ਕੀਤੀ, ਉਹਦੇ ਵਿੱਚ ਜਿਹੜੀ FIR ਦਰਜ ਕਰਨ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸੁੱਟ ਦਿੱਤੀ। ਬਿਲਕੁਲ ਬਿਲਕੁਲ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਜ਼ਿੰਮੇਵਾਰ, ਅਸਿੱਧੇ ਢੰਗ ਨਾਲ ਜ਼ਿੰਮੇਵਾਰ ਠਹਿਰਾਇਆ, ਭਾਵੇਂ ਕਿ ਐਂਡ ਦੇ ਵਿੱਚ ਜਾ ਕੇ ਉਹਨਾਂ ਨੇ ਸਿੱਧਾ ਇੱਕ ਚੀਜ਼ ਹੋਰ ਵੀ ਕਹੀ, ਉਹ ਵੀ ਆਪਾਂ ਜ਼ਿਕਰ ਕਰਦੇ ਹਾਂ। ਉਹਨਾਂ ਨੇ ਕਿਹਾ ਕਿ 27 ਮਹੀਨੇ ਦੇ ਜਿਹੜਾ ਮੰਤਰੀ ਰਹੇ ਨੇ ਉਹ, ਤੇ ਲਗਾਤਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਇਨਸਾਫ ਲਈ, ਨਸ਼ਿਆਂ ਦੇ ਜਿਹੜਾ ਮੁੱਦੇ ਦੇ ਉੱਤੇ ਜਿਹੜੀ ਸਰਕਾਰ ਬਣੀ ਸੀ ਉਸ ਦੇ ਲਈ ਉਹਨਾਂ ਨੇ ਆਵਾਜ਼ ਚੁੱਕੀ ਹੈ। 2019 ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ 2019 ਦੇ ਵਿੱਚ ਜਦੋਂ ਬਠਿੰਡਾ ਦੇ ਵਿੱਚ ਚੋਣ ਰੈਲੀ ਹੋਣੀ ਸੀ, ਉਹ ਆਪਣੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸੀਗੇ, ਤਾਂ ਉਸ ਵੇਲੇ ਉਹਨਾਂ ਨੇ 2 ਦਿਨ ਪਹਿਲਾਂ, ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਜਿਹੜੇ ਸੀਗੇ ਉਹਨਾਂ ਨੇ ਮਤਲਬ ਭਰੀ ਸਭਾ 'ਚ ਇੱਕ ਗੱਲ ਕਹੀ ਸੀਗੀ ਕਿ ਗੁਰੂ ਸਾਹਿਬ ਦੀ ਬੇਦਬੀ ਦਾ ਇਨਸਾਫ ਜੇ ਨਹੀਂ ਮਿਲਦਾ ਤਾਂ ਉਹ ਜਿਹੜਾ ਲੋਕਾਂ ਲਈ, ਲੋਕਾਂ ਦੇ ਵਿੱਚ ਜਾ ਕੇ ਖੜੇ ਹੋ ਜਾਣਗੇ, ਡਾਂਗਾ ਖਾਣ ਤੋਂ ਵੀ ਜਿਹੜੇ ਉਹ ਗੁਰੇਜ਼ ਨਹੀਂ ਕਰਨਗੇ, ਪਰ ਉਹ ਗੁਰੂ ਦੇ ਦੋਖੀ ਨਹੀਂ ਕਹਾਉਣਗੇ। ਤੇ ਉਹਨਾਂ ਰਾਜੇ ਵੜਿੰਗ ਦੇ ਹੱਕ ਦੇ ਵਿੱਚ, ਬਿਲਕੁਲ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਉਹ ਆਏ ਸੀਗੇ ਉਸ ਵੇਲੇ, ਤੇ ਕਾਫੀ ਜਿਹੜਾ ਸੀ ਉਹਨਾਂ ਨੇ ਇਸ ਨੂੰ ਲੈ ਕੇ ਜਿਹੜਾ ਸੀ ਉਹ ਕਾਫੀ ਤਿੱਖਾ ਪ੍ਰਚਾਰ ਕੀਤਾ ਸੀ। ਤੇ ਉਹ ਸਿੱਧਾ ਦਾ ਸਿੱਧਾ, ਆਪਾਂ ਸਾਰਿਆਂ ਨੂੰ ਵੀ ਪਤਾ ਕਿ ਉਸ ਵੇਲੇ ਜਿਹੜਾ ਪ੍ਰਚਾਰ ਕੀਤਾ ਗਿਆ ਸੀਗਾ ਉਹ ਸਿੱਧਾ ਦਾ ਸਿੱਧਾ ਜਿਹੜਾ ਸੀ ਆਪਣੀ ਸਰਕਾਰ ਦੇ ਜਿਹੜੇ ਮੁਖੀ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਅਟੈਕ ਸੀਗਾ, ਤੇ ਸ਼ਾਇਦ ਇਹੀ ਚੀਜ਼ ਦਾ ਖਮਿਆਜਾ ਵੀ ਉਹਨਾਂ ਨੂੰ ਬਾਅਦ ਚ ਭੁਗਤਣਾ ਪਿਆ। ਇਹੀ ਗੱਲ ਜਿਹੜੇ ਉਹ ਇਹ ਕਹਿੰਦੇ ਸੀਗੇ ਕਿ ਮੈਂ ਵਾਰ-ਵਾਰ ਲੋਕਾਂ ਦੇ ਤਸ਼ੱਦਦ ਤੇ ਗੋਲੀਆਂ ਵਰਾਉਣ ਦੇ ਜਿਹੜੇ ਹੁਕਮ ਦਿੱਤੇ ਸੀਗੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਸੀਗਾ ਆਵਾਜ਼ ਚੁੱਕੀ, ਤੇ ਇਸ ਚੀਜ਼ ਦਾ ਜਿਹੜਾ ਸੀਗਾ ਉਹਨਾਂ ਨੂੰ ਖਮਿਆਜਾ ਵੀ ਭੁਗਤਣਾ ਪਿਆ। ਉਹਨਾਂ ਤੋਂ ਕੈਬਨਿਟ ਜਿਹੜਾ ਮੰਤਰਾਲਾ ਬਦਲ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਤੇ ਸਿੱਧੇ ਤੌਰ ਤੇ ਇਲਜ਼ਾਮ ਕੁਲਵੰਤ ਜੀ ਇਹ ਹੋ ਗਏ ਕਿ ਉਹਨਾਂ ਨੇ ਇਸ ਮਾਮਲੇ ਦੀ ਆਵਾਜ਼ ਚੁੱਕੀ ਸੀ, ਇਸ ਕਰਕੇ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਰੱਖਿਆ ਗਿਆ। ਬਿਲਕੁਲ ਇਹੀ ਸਿੱਧੇ ਰੂਪ ਦੇ ਵਿੱਚ ਉਹਨੇ ਆਪਣੇ ਆਪ ਲਿਖਿਆ ਉਹਨਾਂ ਨੇ ਕਿ ਇਸੇ ਕਰਕੇ, ਉਸੇ ਕਾਰਨ, ਮੈਂ ਉਹਨਾਂ ਦੀ ਵਰਡਿੰਗ ਪੜ੍ਹ ਕੇ ਸੁਣਾਦਾ ਕਿ ਉਸੇ ਕਾਰਨ ਕੈਬਨਿਟ ਜੋ ਮੰਤਰਾਲਾ ਬਦਲਿਆ ਗਿਆ ਤੇ ਮੈਂ ਅਸਤੀਫਾ ਦੇ ਦਿੱਤਾ, ਕਿਉਂਕਿ ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਦੇ ਸਤਿਕਾਰ ਤੋਂ ਉੱਪਰ ਕੋਈ ਅਹੁਦਾ ਨਹੀਂ ਹੈ। ਇਸ ਤੋਂ ਇਹ ਸਪਸ਼ਟ ਹੈ ਕਿ ਉਹਨਾਂ ਨੇ ਸਿੱਧਾ ਦਾ ਸਿੱਧਾ ਇਲਜ਼ਾਮ ਜਿਹੜਾ ਉਹ ਇਹ ਗੱਲ ਕੀਤੀ ਹੈ ਕਿ ਮੈਂ ਗੁਰੂ ਸਾਹਿਬ ਦਾ ਸਤਿਕਾਰ ਦੀ ਗੱਲ ਕੀਤੀ ਤੇ ਮੇਰਾ ਮੰਤਰਾਲਾ ਬਦਲ ਦਿੱਤਾ ਗਿਆ,
ਤੇ ਮੈਂ ਉਸ ਤੋਂ ਪਰਵਾਹ ਨਹੀਂ ਕੀਤੀ। ਮੈਂ ਗੰਭੀਰ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਹੀ ਲਗਾਏ ਗਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਬਿਲਕੁਲ ਇਸ ਪੂਰੇ ਦੇ ਪੂਰੇ ਜਿਹੜਾ ਸਾਰਾ ਦਾ ਸਾਰਾ ਭਾਂਡਾ ਜਿਹੜਾ ਹੈ ਉਹ ਸਾਰਾ ਜਿਹੜਾ ਉਹ ਕੈਪਟਨ ਸਰਕਾਰ ਦੇ ਉੱਤੇ ਪਿਆ, ਖਾਸ ਕਰਕੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਿਹੜੀ ਚੋਟ ਕੀਤੀ ਗਈ ਹੈ ਉਹਨਾਂ ਨੇ ਵੱਲੋਂ। ਉਹਨਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਜਿਹੜਾ ਉਹ ਕੈਬਨਿਟ ਦੇ ਵਿੱਚ ਵੀ ਰਹੇ ਤੇ ਵਿਧਾਇਕ ਵੀ ਰਹੇ, ਉਹ ਕਹਿੰਦਾ ਕੋਟਕਪੂਰਾ ਤੇ ਬਹਿਬਲ ਕਲਾਂ ਜਿਹੜੀ ਬਰਗਾੜੀ ਜਿਹੜਾ ਜੋ ਕੁਝ ਵੀ ਹੋਇਆ ਉਸ ਨੂੰ ਲੈ ਕੇ ਉਹ ਅਲੱਗ-ਅਲੱਗ ਲੋਕਾਂ ਨਾਲ ਮੁਲਾਕਾਤ ਵੀ ਕਰਦਾ ਰਿਹਾ, ਮੰਤਰੀਆਂ ਨਾਲ ਵੀ ਗੱਲ ਕੀਤੀ, ਮੁੱਖ ਮੰਤਰੀ ਕੋਲ ਵੀ ਆਵਾਜ਼ ਚੁੱਕੀ ਤੇ ਲੋਕ ਵੀ ਉਹਨਾਂ ਨੂੰ ਮਿਲਣ ਆਉਂਦੇ ਰਹੇ। ਜਿਹੜੇ ਪੀੜਿਤ ਪੱਖ ਸੀਗੇ ਉਹ ਵੀ ਅੰਮ੍ਰਿਤਸਰ ਉਹਨਾਂ ਦੇ ਘਰ ਵੀ ਆਏ। ਕਰਤਾਰਪੁਰ ਲਾਂਘਾ ਖੁੱਲਣ ਦੇ ਵੇਲੇ ਵੀ ਉਹ ਲੋਕੀ ਉਹਨਾਂ ਜਿਹੜੇ ਧੰਨਵਾਦ ਕਰਨ ਆਏ ਸੀਗੇ ਉਹ ਵੀ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨੇ ਵੀ ਜਦੋਂ ਮੁਲਾਕਾਤ ਕਰਕੇ ਗੱਲ ਕੀਤੀ ਤਾਂ ਉਹ ਜਿਹੜੀ ਮੁਲਾਕਾਤ ਵੀ ਜਿਹੜੀ ਸੀ ਉਹ ਮੀਡੀਆ 'ਚ ਜਨਤਕ ਹੋਈ ਸੀ ਤੇ ਇਹ ਕੋਈ ਲੁਕਿਆ ਨਹੀਂ ਹੋਇਆ ਕਿ ਮੈਂ ਇਸ ਚੀਜ਼ ਦੀ ਗੱਲ ਨਹੀਂ ਚੁੱਕੀ, ਆਵਾਜ਼ ਨਹੀਂ ਚੁੱਕੀ ਹੈਗੀ। ਤੇ ਇਨਸਾਫ ਦੀ ਗੱਲ ਉਹਨਾਂ ਨੇ ਕੀਤੀ ਸੀ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਜਿੰਨਾ ਕੁ ਮੇਰੇ ਹੱਥ 'ਚ ਹੈਗਾ ਮੈਂ ਉਹ ਸਭ ਕੁਝ ਕਰ ਰਿਹਾ। ਤੇ ਜਦੋਂ ਹਾਈ ਕੋਰਟ ਦੇ ਵਿੱਚ ਜਿਹੜਾ ਚਲਾਨ ਰੱਦ ਹੋਇਆ ਕਹਿੰਦਾ ਫਿਰ ਮੇਰੀ ਜਿਹੜੀ ਆਤਮਾ ਨੂੰ ਜਿਹੜਾ ਉਹ ਹਲੂਣਾ ਆ ਗਿਆ ਕਿ ਇਹ ਹੁਣ ਵੇਲਾ ਆ ਗਿਆ ਕਿ ਮੈਨੂੰ ਹੁਣ ਇਸ ਚੀਜ਼ ਦਾ ਜਿਹੜਾ ਉਹ ਇਹਦੇ ਹੱਕ ਦੇ ਵਿੱਚ ਇਹਦੇ ਅੱਗੇ ਲਈ ਮੈਨੂੰ ਅੱਗੇ ਆਉਣਾ ਪੈਣਾ। ਤੇ ਫਿਰ ਕਹਿੰਦੇ ਮੈਂ ਪਿਛਲੇ ਹਫ਼ਤੇ ਵਿਸਾਖੀ ਵਾਲੇ ਦਿਨ ਜਿਹੜਾ ਉਹ ਮੈਨੇ ਗੁਰੂ ਤੋਂ ਰਾਹ ਪੁੱਛਣ ਲਈ ਬੁਰਜ ਜਵਾਬ ਸਿੰਘ ਵਾਲਾ ਬਰਗਾੜੀ ਜਿਹੜੇ ਉਸ ਜਗ੍ਹਾ ਤੇ ਗਏ ਜਿੱਥੋਂ ਜਿਹੜੀ ਜੂਨ 2015 ਦੇ ਵਿੱਚ ਇਹ ਘਟਨਾ ਜਿਹੜੀ ਸ਼ੁਰੂ ਹੋਈ ਸੀ ਤੇ ਉੱਥੋਂ ਜਾ ਕੇ ਮੈਂ ਮੱਥਾ ਟੇਕਿਆ ਤੇ ਗੁਰੂ ਤੋਂ ਰਾਹ ਪੁੱਛਿਆ ਤੇ ਮੈਂ ਜਿਹੜਾ ਹੱਕ ਸੱਚ ਦੀ ਆਵਾਜ਼ ਦੇ ਵਿੱਚ ਜਿਹੜਾ ਉਹ ਖੜਾ, ਜਿਹੜਾ ਗਲਤ ਹੈ ਉਹਨੂੰ ਗਲਤ ਕਹਿ ਰਿਹਾ। ਮੈਂ ਕੋਈ ਪਰਵਾਹ ਨਹੀਂ ਕੀਤੀ ਕਿ ਤਾਕਤ ਕਿਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ। ਮੈਂ ਕੋਈ ਪਰਵਾਹ ਨਹੀਂ ਕੀਤੀ ਕਿ ਮੇਰਾ ਜਿਹੜਾ ਮੰਤਰਾਲਾ ਜਾ ਰਿਹਾ ਹੈ, ਮੇਰੇ ਕੋਲੋਂ ਅਹੁਦਾ ਜਾ ਰਿਹਾ ਹੈ। ਠੀਕ ਹੈ, ਮੈਂ ਉਹਨਾਂ ਨੂੰ ਇਹ ਕਿਹਾ ਕਿ ਜਵਾਬਦੇਹੀ ਦਿਓ, ਤੁਸੀਂ ਠੋਸ ਕਾਰਵਾਈ ਕਰੋ, ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਜਿਹੜੀ FIR ਦਰਜ ਕਰਨਾ, ਜਾਂਚ ਕਰਨਾ, ਗ੍ਰਿਫਤਾਰੀ ਪਾਉਣੀ, ਇਹ ਸਾਰੇ ਜਿਹੜੀ ਹੈ ਇਹ ਵਿਧਾਨ ਸਭਾ ਦੇ ਸੈਸ਼ਨ ਬੁਲਾ ਕੇ ਵੀ ਨਹੀਂ ਜਿਹੜੀ ਹੈ ਕਹਿੰਦਾ ਉਹ ਕੀਤੀ ਜਾ ਸਕਦੀ। ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਕਿ ਕਹਿੰਦਾ 10 ਵਿਧਾਨ ਸਭਾ ਦੇ ਸੈਸ਼ਨ ਵੀ ਬੁਲਾ ਲਓ ਤਾਂ ਇਹ ਸਾਰੀਆਂ ਚੀਜ਼ਾਂ ਦਾ ਹੱਲ ਨਹੀਂ ਨਿਕਲ ਸਕਦਾ ਕਿਉਂਕਿ ਇਹਨਾਂ ਚੀਜ਼ਾਂ ਦਾ ਹੱਲ ਹੀ ਜਿਹੜਾ ਸੂਬੇ ਦੇ ਗ੍ਰਹਿ ਮੰਤਰੀ ਨੇ ਕੱਢਣਾ ਹੁੰਦਾ ਕਿਉਂਕਿ ਤਾਕਤ ਉਹਨਾਂ ਦੀ ਫਿਰ ਤੋਂ ਚੋਟ ਕੈਪਟਨ ਅਮਰਿੰਦਰ ਸਿੰਘ ਤੇ ਕਰ ਦਿੱਤੀ ਗਈ। ਜੇ ਉਹ ਚਾਹਣ ਤਾਂ ਇਹ ਸਭ ਕੁਝ ਹੋ ਸਕਦਾ। ਬਿਲਕੁਲ, ਜੇ ਉਹ ਚਾਹਣ ਤਾਂ ਇਹ ਸਭ ਕੁਝ ਹੋ ਸਕਦਾ। ਕਹਿੰਦਾ ਮੈਂ ਫਿਰ ਉਹਨਾਂ ਨੇ ਫਿਰ ਫੂਲਕਾ ਸਾਹਿਬ ਨੇ ਇੱਕ ਹੋਰ ਜਿਹੜਾ ਉਹ ਸੁਝਾਅ ਦਿੱਤਾ ਕਿਉਂਕਿ ਫੂਲਕਾ ਸਾਹਿਬ ਨੇ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਜਿਹੜਾ ਜੇ ਤੁਹਾਡੇ ਹੱਥ 'ਚ ਬਸ ਕੁਝ ਨਹੀਂ ਹੈਗਾ ਤਾਂ ਤੁਸੀਂ ਅਸਤੀਫਾ ਦੇ ਸਕਦੇ ਹੋ। ਤਾਂ ਉਹਨਾਂ ਨੇ ਫੂਲਕਾ ਸਾਹਿਬ ਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਇਹ ਸੁਝਾਅ ਦਿੰਦਾ ਕਿ ਸਪੈਸ਼ਲ ਸੈਸ਼ਨ ਦੀ ਮੰਗ ਕਰਕੇ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਰਾਹ ਤੇ ਨਾ ਪਾਇਆ ਜਾਵੇ। ਪਹਿਲਾਂ ਵੀ ਇੱਕ ਸੈਸ਼ਨ ਬੁਲਾਇਆ ਜਾ ਚੁੱਕਿਆ ਤੇ ਪਹਿਲਾਂ ਵੀ ਆਪਾਂ ਗੁੰਮਰਾਹ ਹੋ ਚੁੱਕੇ ਹਾਂ ਤੇ ਹੁਣ ਆਪਾਂ ਜਿਹੜਾ ਉਹ ਇਹ ਸੈਸ਼ਨ ਬੁਲਾ ਕੇ ਗੁੰਮਰਾਹ ਰਾਹ ਦੇ ਉੱਤੇ ਨਹੀਂ ਪਾਉਣਾ। ਸਿਰਫ ਸੰਵਿਧਾਨ ਦੇ ਅਨੁਸਾਰ ਕਾਰਜਕਾਰੀ ਸ਼ਕਤੀ ਜਿਹੜੀ ਆ ਉਹ ਸੂਬੇ ਦੇ ਗ੍ਰਹਿ ਮੰਤਰੀ ਕੋਲ ਹੁੰਦੀ ਹੈ ਤੇ FIR ਗ੍ਰਿਫਤਾਰੀ ਇਹਦੇ ਸੰਬੰਧ ਵਿੱਚ ਜਿਹੜਾ ਸੂਬੇ ਦੇ ਗ੍ਰਹਿ ਮੰਤਰੀ ਨੇ ਹੀ ਜਿਹੜੇ ਰਾਜਨੀਤਿਕ ਹੁਕਮ ਦੇਣੇ ਹੁੰਦੇ ਨੇ। ਤੇ ਮੈਂ ਤਾਂ ਕਹਿੰਦਾ ਇੰਨਾ ਹੀ ਕਰ ਸਕਦਾ ਵੀ ਜਿੰਨੀ ਕੁ ਤਾਕਤ ਮੈਨੂੰ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ ਮੈਂ ਉਹਦੇ ਮੁਤਾਬਕ ਉਸ ਤੋਂ ਵੱਧ ਕੇ ਹੀ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਤੇ ਭਲੀ ਭਾਂਤ ਕਹਿੰਦਾ ਮੈਂ ਸਮਝਦਾ ਹੈਗਾ ਕਿ ਤਾਕਤ ਜਿਹੜੀ ਜੇ ਕਿਸੇ ਕੋਲ ਤਾਕਤ ਹੁੰਦੀ ਹੈ ਤਾਂ ਉਹਦਾ ਮਤਲਬ ਹੁੰਦਾ ਵੀ ਉਹਦੀ ਜਵਾਬਦੇਹੀ ਵੀ ਹੈ, ਉਹ ਲੋਕਾਂ ਦੀ ਜਿਹੜੀ ਆ ਉਹ ਲੋਕਾਂ ਨੂੰ ਜਵਾਬਦੇਹ ਹੁੰਦਾ। ਤੇ ਕਹਿੰਦਾ ਮੈਂ ਜਿਹੜਾ ਉਹ ਲੋਕਾਂ ਨੂੰ ਜਵਾਬਦੇਹੀ ਜਿਹੜੀ ਆ ਉਹ ਉਹਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇੱਕ ਨਾਲ ਗੱਲ ਜਿਹੜੀ ਹੈ ਸਭ ਤੋਂ ਵੱਡੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਨੂੰ ਜੇਕਰ ਗੁਰੂ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਤਾਕਤ ਬਖਸ਼ਣਗੇ ਤਾਂ ਮੈਂ ਜਿਹੜਾ ਉਹ ਉਸ ਸਮੇਂ ਜਿਹੜੀ ਉਹ ਮੌਕੇ ਦੇ ਮੁਤਾਬਕ ਜੋ ਕੁਝ ਮੇਰੀ ਜ਼ਿੰਮੇਵਾਰੀ ਹੋਏਗੀ ਮੈਂ ਉਹਨੂੰ ਜਿਹੜੀ ਆ ਉਹ ਤਨਦੇਹੀ ਦੇ ਨਾਲ ਨਿਭਾਵਾਂਗਾ। ਇਹਦਾ ਮਤਲਬ ਇਹ ਹੈ ਕਿ ਉਹ ਜਿਸ ਤਰੀਕੇ ਨਾਲ ਉਹ ਹੁਣ ਇਸ ਤੋਂ ਵੀ ਵੱਧ ਤਾਕਤ ਕੀ ਹੋ ਸਕਦੀ ਹੈ। ਸੂਬੇ ਦੇ ਵਿੱਚ ਕੈਬਨਿਟ ਮੰਤਰੀ ਉਹ ਰਹਿ ਚੁੱਕੇ ਨੇ, ਗ੍ਰਹਿ ਮੰਤਰੀ ਮੁੱਖ ਮੰਤਰੀ ਦੀ ਇੱਛਾ ਸਿੱਧੀ ਸਾਫ਼ ਤੌਰ ਤੇ ਜ਼ਾਹਰ ਕੀਤੀ। ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਗ੍ਰਹਿ ਵਿਭਾਗ ਤਾਂ ਉਦਾਂ ਵੀ ਉਹ ਕਹਿੰਦੇ ਰਿਹਾ ਕਿ ਮੈਨੂੰ ਦੇ ਦਿਓ ਗ੍ਰਹਿ ਵਿਭਾਗ ਨੂੰ ਸੈੱਟ। ਬਿਲਕੁਲ, ਤੁਸੀਂ ਇਹ ਸੋਚੋ ਵੀ ਹੁਣ ਇੱਛਾ ਜਿਹੜੀ ਆ ਉਹ ਸਪਸ਼ਟ ਤੌਰ ਦੇ ਉੱਤੇ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ ਕਿ ਉਹ ਮੁੱਖ ਮੰਤਰੀ ਜਿਹੜਾ ਉਹਨਾਂ ਨੇ ਕਿਹਾ ਵੀ ਜੇਕਰ ਮੁੱਖ ਮੰਤਰੀ ਦਾ ਅਹੁਦਾ ਮੇਰੇ ਕੋਲ ਆਉਂਦਾ ਜਾਂ ਗ੍ਰਹਿ ਮੰਤਰਾਲਾ ਮੇਰੇ ਕੋਲ ਆਉਂਦਾ ਉਸ ਤੋਂ ਬਾਅਦ ਮੈਂ ਦਿਖਾਵਾਂਗਾ ਕਿ ਅਸਲ ਦੇ ਵਿੱਚ ਜਿਹੜੀ ਆ ਉਹ ਕਾਰਵਾਈ ਕਿਸ ਤਰ੍ਹਾਂ ਹੁੰਦੀ ਹੈ ਤੇ ਉਹ ਮੌਕੇ ਦੇ ਉੱਤੇ ਜਿਹੜੀ ਹੈ ਉਹ ਜੋ ਮੇਰੇ ਹੱਥ 'ਚ ਤਾਕਤ ਹੋਵੇਗੀ ਮੈਂ ਉਹਦੇ ਮੁਤਾਬਕ ਜਿਹੜਾ ਉਹ ਅੱਗੇ ਗੱਲ ਕਰਾਂਗਾ। ਤੇ ਉਹ ਕਹਿੰਦਾ ਵੀ ਹੁਣ ਵੇਲਾ ਇਹ ਹੈ ਕਿ ਆਪਾਂ ਜਿਹੜੀਆਂ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ ਤੇ ਸਗੋਂ ਜਿਹੜੀ ਹੈ ਕਾਰਜਕਾਰੀ ਸ਼ਕਤੀ ਬ੍ਰੈਕਟ 'ਚ ਉਹਨਾਂ ਨੇ ਇੱਕ ਗੱਲ ਪਾਈ ਹੈ, ਕਹਿੰਦੇ ਕਾਰਜਕਾਰੀ ਸ਼ਕਤੀ ਖਾਸ ਤੌਰ ਕੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਇਹ ਜਿਸ ਕੋਲ ਇਹ ਤਾਕਤ ਹੈਗੀ ਆ ਉਸ ਨੂੰ ਹਲੂਣੀਏ ਤੇ ਆਪਣੀ ਤਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ।
ਯਾਨੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਤੁਸੀਂ ਵੀ ਲੱਗੋ ਤੇ ਅਸੀਂ ਵੀ, ਮੈਂ ਵੀ ਲੱਗਦਾ, ਤੇ ਆਪਾਂ ਸੂਬੇ ਦੇ ਮੁੱਖ ਮੰਤਰੀ ਨੂੰ ਹਲੂਣੀ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ। ਯਾਨੀ ਕਿ ਮੁੱਖ ਮੰਤਰੀ ਜਿਹੜੇ ਜ਼ਿੰਮੇਵਾਰੀ ਨਹੀਂ ਨਿਭਾ ਰਹੇ, ਮੇਰੀ ਵੀ ਨਹੀਂ ਸੁਣ ਰਹੇ, ਆਓ ਆਪਾਂ ਸਾਰੇ ਰਲ ਕੇ ਜਿਹੜੇ ਆ ਮੁੱਖ ਮੰਤਰੀ ਦੇ ਖਿਲਾਫ ਜਿਹੜੇ ਆ ਝੰਡਾ ਚੁੱਕੀਏ ਤੇ ਉਹਨਾਂ ਨੂੰ ਜਿਹੜਾ ਆਪਾਂ ਹਲੂਣੀਏ ਕਿ ਤੁਸੀਂ ਜਿਹੜਾ ਇਹ ਲੋਕਾਂ ਨੂੰ ਇਨਸਾਫ ਦਿਓ, ਗੁਰੂ ਦੇ ਦੋਖੀਆਂ ਨੂੰ ਜਿਹੜਾ ਉਹ ਸਜ਼ਾਵਾਂ ਦਿਓ ਤੇ ਨਸ਼ਿਆਂ ਨੂੰ ਠੱਲ ਪਾਈ ਜਾਵੇ। ਜਿਹੜੇ ਜਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਬਣੀ ਹੈ ਉਹ ਸਾਰੇ ਦੇ ਸਾਰੇ ਜਿਹੜੇ ਆ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣ। ਕੁਲਵੰਤ ਜੀ, ਇਹ ਹੈ ਇਸ ਚਿੱਠੀ ਤੋਂ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਕੁਲਵੰਤ ਜੀ ਨੇ ਪੂਰੇ 10-12 ਮਿੰਟ ਇਸ ਚਿੱਠੀ ਨੂੰ ਵਿਸਤਾਰਪੂਰਵਕ ਦੱਸਿਆ। ਇਕੱਲੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚਿੱਠੀ ਦੇ ਵਿੱਚ ਲਿਖੀ ਗਈ ਹੈ, ਉਹ ਇਕੱਲੀ ਗੱਲ ਜਿਹੜੀ ਹੈ ਕੁਲਵੰਤ ਜੀ ਨੇ ਆਪਾਂ ਨੂੰ ਵਿਸਤਾਰਪੂਰਵਕ ਦੱਸੀ ਹੈ। ਚਿੱਠੀ ਤੋਂ ਸਾਫ਼ ਸਾਬਿਤ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੂਮਿਕਾ ਜਿਹੜੀ ਹੈ ਉਹ ਦੱਸ ਦਿੱਤੀ ਹੈ ਕਿ ਮੈਂ ਕਦੋਂ ਪਿਛਲੇ 4 ਸਾਲਾਂ ਦੌਰਾਨ, ਕਿਉਂਕਿ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਸੀ ਕਿ ਨਵਜੋਤ ਸਿੰਘ ਸਿੱਧੂ ਵੀ ਤਾਂ ਪਿਛਲੇ 4 ਸਾਲਾਂ ਤੋਂ ਜਿਹੜਾ ਹੈਗੇ ਆ ਸਰਕਾਰ ਦੇ ਵਿੱਚ ਆ, ਉਹ ਕਿਉਂ ਨਹੀਂ ਹੁਣ ਬੋਲੇ ਤੇ ਹੁਣ ਹੀ ਕਿਉਂ ਬੋਲਣ ਲੱਗਿਆ ਕਿ ਵੋਟਾਂ ਨੇੜੇ ਆ ਗਈਆਂ। ਤਾਂ ਉਸ ਦਾ ਵੀ ਜਵਾਬ ਇਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਡੇਟ ਵਾਈਜ਼ ਦੱਸਿਆ ਗਿਆ ਕਿ ਮੈਂ ਕਦੋਂ ਕੀ ਬੋਲਿਆ ਤੇ ਕਿਹੜੇ ਸਬੂਤ ਲਿਆ ਕੇ ਦਿੱਤੇ, ਜਿਹੜੇ SIT ਦੀ ਜਾਂਚ ਦੇ ਵਿੱਚ ਮੇਰੇ ਵੱਲੋਂ ਲਿਆਂਦੇ ਹੋਏ ਸਬੂਤ ਜਿਹੜੇ ਆ ਉਹ SIT ਦੇ ਲਈ ਸਹਾਈ ਪੂਰਵਕ ਜਿਹੜੇ ਆ ਉਹ ਸਿੱਧ ਹੋਇਆ। ਤੇ ਨਾਲ ਹੀ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਇਸ ਪੂਰੀ ਚਿੱਠੀ ਦੇ ਦੌਰਾਨ, ਜਿਵੇਂ ਸਾਨੂੰ ਕੁਲਵੰਤ ਜੀ ਦੱਸ ਰਹੇ ਸੀ, ਪੂਰੀ ਚਿੱਠੀ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਖਾਸੀਆਂ ਚੋਟਾਂ ਕੀਤੀਆਂ ਨੇ, ਖਾਸੇ ਸਵਾਲ ਖੜੇ ਕੀਤੇ ਨੇ। ਆਪਣਾ ਮਹਿਕਮਾ ਛੱਡਣ ਪਿੱਛੇ, ਆਪਣੀ ਕੁਰਸੀ ਛੱਡਣ ਪਿੱਛੇ ਉਹਨਾਂ ਨੇ ਦੱਸਿਆ ਕਿ ਮੈਂ ਗੁਰੂ ਸਾਹਿਬ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦਾ ਸੀ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੇਰਾ ਜਿਹੜਾ ਮਹਿਕਮਾ ਤਬਦੀਲ ਕੀਤਾ ਗਿਆ। ਯਾਨੀ ਬਹੁਤ ਵੱਡਾ ਇਲਜ਼ਾਮ ਜਿਹੜਾ ਲਗਾਇਆ ਗਿਆ। ਤਾਂ ਲਾਸਟ ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਬਾਰੇ ਉਹ ਫੇਰ ਲਿਖਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਈਏ, ਭਾਵ ਕਿ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਤੇ ਅਸੀਂ ਉਹਨੂੰ ਹਲੂਣੀਏ। ਤਾਂ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਤੌਰ ਤੇ ਵਰੇ ਨਵਜੋਤ ਸਿੰਘ ਸਿੱਧੂ। ਤਾਂ ਕੁਲਵੰਤ ਜੀ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦਾ ਇਹ ਜੋ ਬਦਲਿਆ ਰਵੱਈਆ, ਇੱਕਦਮ ਹੁਣ ਤੱਕ ਹਮਲਾਵਰ ਹੁੰਦੇ ਜਾ ਰਹੇ ਨੇ, ਦਿਨੋਂ ਦਿਨ ਹਮਲਾਵਰ ਹੁੰਦੇ ਜਾ ਰਹੇ ਨੇ। ਪਹਿਲਾਂ ਤਾਂ ਸਿਰਫ ਜਿਹੜਾ ਹੈਗਾ ਆਪਾਂ ਦੇਖਦੇ ਸੀ ਸ਼ੇਅਰਾਂ ਦੇ ਵਿੱਚ ਗੱਲਬਾਤ ਕਹਿੰਦੇ ਸੀ, ਫਿਰ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਨਾਂ ਨਾਮ ਲਏ ਗੱਲਬਾਤ ਕਹਿਣ ਲੱਗੇ। ਹੁਣ ਤਾਂ ਸਿੱਧਾ ਇਸ਼ਾਰਾ ਹੀ ਕਰਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸ਼ਾਇਦ ਨਵਜੋਤ ਸਿੰਘ ਸਿੱਧੂ ਹੁਣ ਨਾਮ ਲੈ ਕੇ ਜਿਹੜਾ ਕਟਾਂਸ ਕਸ਼ਾ ਕਰਨਗੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹ ਉਹ ਦਿਨ ਦੂਰ ਨਹੀਂ, ਉਹ ਦਿਨ ਆ ਚੁੱਕਿਆ। ਤੁਸੀਂ ਮੈਂ ਇੱਕ ਵਾਰ ਨਵਜੋਤ ਸਿੰਘ ਸਿੱਧੂ ਹੋਣਾ ਦੀ ਅਖੀਰਲੀ ਲਾਈਨ ਤੁਹਾਨੂੰ ਇੱਕ ਵਾਰੀ ਫੇਰ ਪੜ੍ਹ ਕੇ ਸੁਣਾ ਦਿੰਦਾ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਤੁਹਾਡਾ ਵਿਚਾਰ ਹੈ, ਉਹਨਾਂ ਨੇ ਜਿਹੜਾ ਫੂਲਕਾ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਤੁਹਾਡਾ ਵਿਚਾਰ ਹੈ ਕਿ ਅਸਤੀਫਾ ਦੇ ਕੇ ਕੋਈ ਹੱਲ ਨਿਕਲ ਸਕਦਾ ਹੈ। ਤਾਂ ਮੈਂ ਮੰਨਦਾ ਹਾਂ ਕਿ ਸਿਸਟਮ 'ਚ ਵੜ ਕੇ ਹੀ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ, ਨਾ ਕਿ ਸਿਸਟਮ 'ਚੋਂ ਬਾਹਰ ਹੋ ਕੇ। ਸੂਬੇ ਦੀ ਕਾਰਜਕਾਰੀ ਸ਼ਕਤੀ, ਖਾਸ ਤੌਰ ਤੇ ਮੁੱਖ ਮੰਤਰੀ, ਗ੍ਰਹਿ ਮੰਤਰੀ, ਯਾਨੀ ਹੁਣ ਇਹਨਾਂ ਨੇ ਵੀ ਬ੍ਰੈਕਟ ਵਿੱਚ ਪਾਇਆ ਇਹ ਚੀਜ਼ ਵੀ, ਮੁੱਖ ਮੰਤਰੀ, ਗ੍ਰਹਿ ਮੰਤਰੀ ਜਿਸ ਕੋਲ ਹੈ ਉਸ ਨੂੰ ਹਲੂਣੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ। ਹੁਣ ਇਸ ਤੋਂ ਵੱਧ ਤਾਂ ਉਹ ਕੀ ਕਹਿਣਗੇ? ਸਿੱਧਾ ਤੌਰ ਤੇ ਉਹਨਾਂ ਨੇ ਮੁੱਖ ਮੰਤਰੀ ਦਾ ਨਾਂ ਲੈਤਾ, ਇਸ ਤੋਂ ਬਾਅਦ ਕੀ ਹੋ ਸਕਦਾ? ਇਸ ਤੋਂ ਬਾਅਦ ਖੁੱਲ ਕੇ ਕੀ ਆਉਣਾ? ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜਿਨ੍ਹਾਂ ਕੋਲ ਸ਼ਕਤੀ ਆ ਉਹਨਾਂ ਨੂੰ ਹਲੂਣੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ। ਇਸ ਚੀਜ਼ ਦੀ ਸ਼ਾਇਦ ਜਵਾਬ ਆਪਾਂ ਦੇਖ ਸਕਦੇ ਹਾਂ, ਇਸ ਚੀਜ਼ ਦਾ ਵੀ ਜਵਾਬ ਇਸ ਚਿੱਠੀ ਦੇ ਵਿੱਚ ਹੈਗਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਮੈਂ ਅਸਤੀਫੇ ਬਾਰੇ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਸਿਸਟਮ ਦੇ ਵਿੱਚ ਰਹਿ ਕੇ ਲੜਾਈ ਲੜੀ ਜਾ ਸਕਦੀ ਆ, ਅਸਤੀਫਾ ਦੇ ਕੇ ਕੋਈ ਹੱਲ ਨਹੀਂ। ਇਹਦਾ ਮਤਲਬ ਹੈ ਕਿ ਉਹ ਕਾਂਗਰਸ ਛੱਡਣ ਦੇ ਮੂਡ ਦੇ ਵਿੱਚ ਹਾਲੇ ਨਹੀਂ ਨੇ। ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਹਾਲੇ ਨਹੀਂ ਛੱਡਣਗੇ। ਬਿਲਕੁਲ ਕਾਂਗਰਸ, ਉਹ ਦੇਖੋ ਇਸ ਤਰ੍ਹਾਂ ਹੈ, ਕਾਂਗਰਸ ਉਹ ਕਿਸੇ ਕਿਸਮ ਕੀਮਤ ਦੇ ਵਿੱਚ ਮੈਨੂੰ ਛੱਡਦੇ ਨਜ਼ਰ ਨਹੀਂ ਆ ਰਹੇ, ਕਿਉਂਕਿ ਇੱਕ ਪਾਸੇ ਤਾਂ ਉਹਨਾਂ ਦੇ ਉੱਤੇ ਜਿਹੜਾ ਉਹ ਹਾਈ ਕਮਾਂਡ ਦਾ ਜਿਹੜਾ ਉਹਨਾਂ ਸਿਰ ਤੇ ਹੱਥ ਹੈ, ਨੰਬਰ 2 ਦੇ ਉੱਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਪਿਆਰ ਮਿਲ ਰਿਹਾ। ਕਮੀ ਜਿਹੜੀ ਹੈਗੀ ਆ ਉਹਨਾਂ ਦਾ ਆਪਣਾ ਕੋਈ ਧੜਾ ਨਹੀਂ ਹੈਗਾ, ਕਮੀ ਸਿਰਫ ਇੱਥੇ ਹੈ ਉਹਨਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨਾ ਪੈਣਾ। ਪਟਿਆਲੇ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ, ਉਹਨਾਂ ਨੇ ਦਫ਼ਤਰ ਖੋਲ੍ਹਿਆ ਇੱਕ, ਉਹਨਾਂ ਦੇ ਜਿਹੜੀ ਧਰਮ ਪਤਨੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਦਫ਼ਤਰ ਖੋਲ੍ਹਿਆ ਗਿਆ ਤੇ ਉੱਥੇ ਹੁਣ ਮੁਲਾਕਾਤਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਉਹਨਾਂ ਦੇ ਘਰ ਦੇ ਵਿੱਚ, ਯਾਦਵਿੰਦਰਾ ਕਲੋਨੀ ਦੇ ਵਿੱਚ ਉਹਨਾਂ ਦਾ ਘਰ ਹੈਗਾ ਮਾਲਵਾ ਸਿਨੇਮਾ ਦੇ ਸਾਹਮਣੇ, ਤੇ ਉੱਥੇ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੇ ਆ ਉਹ ਇਲਾਕੇ ਦੇ ਜਿਹੜੇ MC ਨੇ, ਉਹ ਜਿਹੜੇ ਪਟਿਆਲੇ ਦੇ ਜਿਹੜੇ MC ਸੀਗੇ, ਜਿਹੜੇ ਉਹਨਾਂ ਤੋਂ ਜਿਹੜੇ ਮੌਕੇ ਦੇ ਹੁਕਮਰਾਨਾਂ ਤੋਂ ਜਿਹੜੇ ਨਾਰਾਜ਼ ਨੇ, ਉਹ MC ਵੀ ਜਿਹੜੇ ਨੇ ਉਹਨਾਂ ਨੂੰ ਆ ਕੇ ਮਿਲਣਾ ਸ਼ੁਰੂ ਹੋ ਗਏ ਨੇ। ਇਲਾਕੇ ਦੇ ਲੋਕਾਂ ਨਾਲ ਵੀ ਉਹਨਾਂ ਦੀਆਂ ਸ਼ਿਕਾਇਤਾਂ ਵੀ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਨੇ, ਇਲਾਕੇ ਦੇ ਲੋਕਾਂ ਨੂੰ ਵੀ ਮਿਲਣਾ ਸ਼ੁਰੂ ਕਰ ਦਿੱਤਾ। ਤਾਂ ਉਹ ਉਹਨਾਂ ਨੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਟਿਆਲੇ ਦੇ ਵਿੱਚੋਂ ਹੀ ਲਗਾਤਾਰ ਦੇ ਉੱਤੇ ਉਹ ਬੋਲਦੇ ਆ ਰਹੇ ਨੇ। ਤੇ ਇੱਕ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਹਨਾਂ ਨੂੰ ਵਜ਼ਾਰਤ ਵਿੱਚੋਂ ਬਾਹਰ ਕੱਢਿਆ ਸੀਗਾ,
ਅਸਤੀਫਾ ਦੇਣ ਲਈ ਮਜਬੂਰ ਕੀਤਾ ਸੀਗਾ, ਜੇ ਜਿਸ ਤਰ੍ਹਾਂ ਦੇ ਉਹ ਦੋਸ਼ ਲਾਉਂਦੇ ਆ ਰਹੇ ਨੇ, ਤਾਂ ਉਹ ਉਸੇ ਤਰ੍ਹਾਂ ਉਹ ਇਹ ਚਾਹੁੰਦੇ ਨੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਵਜੋਤ ਕੌਰ ਸਿੱਧੂ ਇੱਥੋਂ ਚੋਣ ਲੜ ਪੈਂਦੇ ਨੇ, ਤਾਂ ਫਿਰ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੱਡੀ ਜਿਹੜੀ ਚੋਟ ਹੈ ਕੈਪਟਨ ਘਰਾਣੇ ਨੂੰ ਹੋਏਗੀ, ਕਿਉਂਕਿ ਜੇਕਰ ਉਹ ਨਹੀਂ ਵੀ ਜਿੱਤਦੇ ਤਾਂ ਵੀ ਜਿਹੜਾ ਉਹ ਵੋਟਾਂ ਤੋੜਨ ਦੇ ਵਿੱਚ ਕਾਮਯਾਬ ਹੋ ਜਾਣਗੇ, ਤੇ ਵੋਟਾਂ ਟੁੱਟੀਆਂ ਤਾਂ ਜਿਹੜੀ ਹੈ ਮਹਾਰਾਣੀ ਪ੍ਰਨੀਤ ਕੌਰ ਦੀ ਜਿਹੜਾ ਜਿੱਤਣਾ ਬੜਾ ਔਖਾ ਹੋ ਜਾਣਾ, ਤੇ ਇਸ ਤੋਂ ਵੱਡੀ ਜਿਹੜੀ ਚੋਟ ਹੈ ਉਹ ਨਹੀਂ ਹੋ ਸਕਦੀ। ਜਿਸ ਤਰੀਕੇ ਦੀ ਚੋਟ ਉਹਨਾਂ ਨੂੰ ਲੱਗੀ ਸੀ, ਉਸੇ ਤਰੀਕੇ ਦੀ ਚੋਟ ਜਿਹੜੀ ਹੈ ਉਹ ਕੈਪਟਨ ਘਰਾਣੇ ਨੂੰ ਵੀ ਲੱਗ ਸਕਦੀ ਹੈ। ਸੋ ਇਹ ਜਿਹੜੀ ਜੰਗ ਹੈ, ਸਿਆਸੀ ਜੰਗ ਹੈ, ਮੈਨੂੰ ਲੱਗਦਾ ਹੈ ਆਉਣ ਵਾਲਾ ਮੇਨ ਮਾਰਨ ਨੂੰ ਫਿਰਦੇ ਨੇ, ਜਿਵੇਂ ਉਹਨਾਂ ਨੇ ਤਾਕਤ ਇਸ ਤੋਂ ਵੱਧ ਮੰਗੀ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਉਹ ਕਿਤੇ ਨਾ ਕਿਤੇ ਹਾਈ ਕਮਾਨ ਦੇ ਕੋਲੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੰਜਾਬ ਦੇ ਵਿੱਚ ਛਵੀ ਲੋਕਾਂ ਦੇ ਵਿੱਚ ਜੋ ਗੱਲਾਂ ਹੋ ਰਹੀਆਂ ਨੇ, ਉਹ ਹਾਈ ਕਮਾਨ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਇਹ ਨਾ ਸੋਚੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਉਮੀਦਵਾਰ ਬਣਾ ਦਿਓਗੇ ਤਾਂ ਤੁਸੀਂ ਸਰਕਾਰ ਰਿਪੀਟ ਕਰ ਦਿਓਗੇ। ਇਹ ਵੀ ਇੱਕ ਛਵੀ ਉੱਥੇ ਦੱਸਣ ਦੀ ਲੋੜ ਹੈ, ਉਹ ਲੋੜ ਨਵਜੋਤ ਸਿੰਘ ਸਿੱਧੂ ਵਰਤ ਰਹੇ ਨੇ, ਤੇ ਉਧਰ ਵੀ ਜਾ ਕੇ ਜਿਹੜੀ ਚੋਟ ਕਰਨ ਦੀ ਕੋਸ਼ਿਸ਼ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਮੈਨੂੰ ਲੱਗਦਾ ਅਸਲ ਚੋਟ ਉਹੀ ਹੈ ਨਵਜੋਤ ਸਿੰਘ ਸਿੱਧੂ ਦੀ। ਦੇਖੋ, ਇਸ ਤਰ੍ਹਾਂ ਹੈ ਕਿ ਸਾਰੇ ਇਹ ਜਾਣਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ 2 ਵਾਰ ਮੁੱਖ ਮੰਤਰੀ ਬਣੇ ਨੇ, ਤੇ ਪਟਿਆਲੇ ਦੇ ਵਿੱਚੋਂ ਜਿਹੜਾ ਉਹਨਾਂ ਦੇ ਧਰਮ ਪਤਨੀ ਜਿਹੜੀ ਆ ਉਹ ਵੀ ਲਗਾਤਾਰ ਜਿੱਤਦੇ ਆਏ ਨੇ। ਇੱਕ ਪਿਛਲੀ ਵਾਰ ਛੱਡ ਦਿੱਤਾ ਜਾਵੇ ਧਰਮਵੀਰ ਗਾਂਧੀ ਤੋਂ ਹਾਰੇ ਸੀ, ਤਾਂ ਉਸ ਤੋਂ ਪਹਿਲਾਂ ਵੀ ਉਹ ਜਿੱਤੇ ਨੇ। ਤਾਂ ਇਸ ਨੂੰ ਅਗਰ ਦੇਖਿਆ ਜਾਵੇ ਤਾਂ ਇਸ ਤੋਂ ਇਹਦਾ ਜਿਹੜਾ ਸਿੱਧਾ ਜਿਹੜਾ ਉਹ ਇਸ਼ਾਰਾ ਇਸ ਵੱਲ ਜਾਂਦਾ ਹੈ ਕਿ ਕੈਪਟਨ ਦਾ ਪਟਿਆਲੇ ਦੇ ਵਿੱਚ ਬਹੁਤ ਵੱਡਾ ਹੋਲਡ ਹੈ, ਕੈਪਟਨ ਪਰਿਵਾਰ ਦਾ ਪਟਿਆਲੇ ਦੇ ਵਿੱਚ ਬਹੁਤ ਵੱਡਾ ਹੋਲਡ ਹੈ, ਤੇ ਇਸੇ ਕਰਕੇ ਨਿਸ਼ਚਿੰਤ ਹੋ ਕੇ ਕੈਪਟਨ ਅਮਰਿੰਦਰ ਸਿੰਘ ਸਾਰੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਪ੍ਰਚਾਰ ਕਰਨ ਨਿਕਲ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਜੇਕਰ ਪਟਿਆਲੇ ਦੇ ਵਿੱਚ ਆ ਕੇ ਇੱਥੋਂ ਆ ਕੇ ਉਹ ਜਿਹੜਾ ਪ੍ਰਚਾਰ ਕਰਦੇ ਨੇ, ਜਾਂ ਇੱਥੋਂ ਆ ਕੇ ਉਹ ਉਹਨਾਂ ਦੇ ਚੋਟ ਲਾਉਂਦੇ ਨੇ, ਸੰਨ ਲਾਉਂਦੇ ਨੇ ਉਹਨਾਂ ਦੀ ਵੋਟ ਬੈਂਕ ਨੂੰ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਉਹਨਾਂ ਨੂੰ ਆਪਣੇ ਘਰ ਨੂੰ ਪਹਿਲਾਂ ਵੇਖਣਾ ਪੈਣਾ, ਫਿਰ ਉਹ ਬਾਹਰ ਜਾ ਕੇ ਨਿਕਲ ਕੇ ਜਿਹੜਾ ਉਹ ਪ੍ਰਚਾਰ ਕਰਨ ਲਈ ਨਿਕਲ ਸਕਦੇ ਨੇ। ਤੇ ਜੇਕਰ ਉਹ ਇੱਥੇ ਸੰਨ ਲੱਗਦੀ ਹੈ ਤਾਂ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਹੋਣੀ ਪਟਿਆਲੇ ਦੇ ਵਿੱਚ ਜਿਹੜੇ ਧਿਆਨ ਫੋਕਸ ਕਰ ਲੈਂਦੇ ਨੇ, ਤਾਂ ਫਿਰ ਬਾਹਰ ਜਿਹੜਾ ਉਹ ਪ੍ਰਚਾਰ ਨਹੀਂ ਕਰ ਪਾਉਣਗੇ, ਤਾਂ ਫਿਰ ਜਿਹੜਾ ਸਾਰਾ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਇੱਕਦਮ ਪਲਟ ਜਾਏਗਾ। ਤੋ ਇਹ ਇੱਕ ਚੋਟ, ਵੱਡੀ ਚੋਟ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ਾਂ ਦੇ ਵਿੱਚ ਸ਼ਾਇਦ ਲੱਗੇ ਹੋਏ ਨੇ, ਜੋ ਹੁਣ ਤੱਕ ਜਿਸ ਤਰ੍ਹਾਂ ਦੀ ਰਾਜਨੀਤਿਕ ਸਮਝ ਦੇ ਅਨੁਸਾਰ ਲੋਕੀ ਇਹਨਾਂ ਤੇ ਚਰਚਾ ਕਰ ਰਹੇ ਨੇ। ਤੋ ਕੈਪਟਨ ਅਮਰਿੰਦਰ ਸਿੰਘ ਹੋਣੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਸੇ ਤਰ੍ਹਾਂ ਹਾਵੀ ਹੁੰਦੇ ਰਹੇ, ਇਸੇ ਤਰ੍ਹਾਂ ਜਿਹੜਾ ਉਹਨਾਂ ਦੇ ਵੱਲੋਂ ਸਵਾਲ ਲਗਾਤਾਰ ਚੁੱਕਦੇ ਰਹੇ, ਤਾਂ ਫਿਰ ਹਾਈ ਕਮਾਂਡ ਨੂੰ ਵੀ ਜਵਾਬ ਦੇਣਾ ਔਖਾ ਹੋ ਜਾਣਾ, ਪੰਜਾਬ ਦੇ ਲੋਕਾਂ ਨੂੰ ਵੀ ਜਵਾਬ ਦੇਣਾ ਔਖਾ ਹੋ ਜਾਣਾ। ਔਰ ਮੈਂ ਤੁਹਾਨੂੰ ਇੱਕ ਜਿਹੜੀ ਚੀਜ਼ ਅੱਜ ਦੇ ਤੁਹਾਡੇ ਧਿਆਨ 'ਚ ਲਿਆ ਰਿਹਾ ਦਰਸ਼ਕਾਂ ਦੇ ਸਾਰਿਆਂ ਦੇ ਵਿੱਚ, ਕਿ 2 ਮਈ ਯਾਦ ਰੱਖਿਓ, 2 ਮਈ ਨੂੰ 5 ਰਾਜਾਂ ਦੀ ਜਿਹੜੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਨਤੀਜੇ ਆਉਣ ਵਾਲੇ ਨੇ, ਤੇ 2 ਮਈ ਤੋਂ ਬਾਅਦ ਤੁਸੀਂ ਦੇਖਿਓ ਸੁਰਾਂ ਕਿੰਨੀਆਂ ਤੇਜ਼ ਹੋ ਜਾਣੀਆਂ ਨੇ, ਬਾਕੀ ਦੀਆਂ ਜਿਹੜੀਆਂ ਬਾਗੀ ਸੁਰਾਂ ਹੋਣਗੀਆਂ ਉਹ ਕਿੰਨੀਆਂ ਤੇਜ਼ ਹੋਣਗੀਆਂ। ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਸ ਚੀਜ਼ ਦਾ ਜਵਾਬ ਦੇਣਾ ਬੜਾ ਔਖਾ ਹੋ ਜਾਣਾ, ਕਿਉਂਕਿ 2 ਮਈ ਤੋਂ ਬਾਅਦ ਜਿਹੜਾ ਉਹ ਹਾਲੇ ਤੱਕ ਸਾਰੇ ਇਸ ਕਰਕੇ ਚੁੱਪ ਨੇ ਕਿਉਂਕਿ ਉਹ ਨਤੀਜਿਆਂ ਦੇ ਇੰਤਜ਼ਾਰ ਦੇ ਵਿੱਚ ਨੇ ਕਿ 5 ਰਾਜਾਂ ਦੇ ਨਤੀਜੇ ਕੀ ਨਿਕਲ ਕੇ ਆਉਂਦੇ ਨੇ। ਜਦੋਂ ਇਹ ਨਤੀਜੇ ਨਿਕਲ ਕੇ, ਜੇ ਨਤੀਜੇ ਜਿਹੜੇ ਨੇ ਉਹ ਖਿਲਾਫ ਨਿਕਲ ਕੇ ਆਏ, ਤਾਂ ਫਿਰ ਤੁਸੀਂ ਦੇਖਿਓ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਹੈ ਵੱਡੇ ਲੈਵਲ ਦੇ ਉੱਤੇ ਜਿਹੜਾ ਇਹਦਾ ਹੰਗਾਮਾ ਖੜਾ ਹੁੰਦਾ, ਤੇ ਇਸ ਚੀਜ਼ ਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਜਵਾਬ ਦੇਣਾ ਔਖਾ ਹੋ ਜਾਣਾ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਵਰਸਸ ਨਵਜੋਤ ਸਿੰਘ ਸਿੱਧੂ ਦੀ ਜੰਗ ਹੁਣ ਵੱਡੇ ਪੱਧਰ ਤੇ, ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਇਹ ਜੰਗ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ। ਇਹਦਾ ਲਾਹਾ ਜਿਹੜਾ ਜੇਕਰ ਆਪਾਂ ਦੇਖਿਆ ਜਾਵੇ, ਕੁੱਲ ਮਿਲਾ ਕੇ ਇਹਦਾ ਲਾਹਾ ਜਿਹੜਾ ਉਹ ਮਿਲਣ ਵਾਲਾ ਆਮ ਆਦਮੀ ਪਾਰਟੀ ਨੂੰ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਵੇਲੇ ਸਾਇਲੈਂਟ ਵੋਟ, ਜੇਕਰ ਅਗਰ ਆਪਾਂ ਸਾਰਿਆਂ ਦੇ ਪਾਸੋਂ ਦੇਖਿਆ ਜਾਵੇ ਤਾਂ ਇਹਦੇ ਸਾਇਲੈਂਟ ਫਾਇਦਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਹੋਣ ਵਾਲਾ ਹੈ। ਉਧਰੋਂ ਕਿਉਂਕਿ ਬੇਦਬੀ ਦੀ ਘਟਨਾਵਾਂ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਅਕਾਲੀ ਦਲ ਘਿਰ ਗਿਆ, ਕੈਪਟਨ ਸਰਕਾਰ ਜਿਹੜੀ ਬੇਦਬੀ ਘਟਨਾਵਾਂ ਦੇ ਵਿੱਚ ਜਿਹੜੀ ਇਨਸਾਫ ਨਹੀਂ ਦੇਣ ਪਾਏ ਦਾ ਜਿਹੜਾ ਉਹ ਦੋਸ਼ ਜਿਹੜਾ ਉਹ ਚੱਲ ਰਹੀ ਹੈ, ਨਸ਼ਿਆਂ ਦੇ ਮੁੱਦਿਆਂ ਦਾ ਜਿਹੜਾ ਉਹ ਹੱਲ ਨਾ ਕੀਤੇ ਜਾਣ ਦਾ ਦੋਸ਼ ਚੱਲ ਰਹੀ ਹੈ, ਸਾਰੇ ਵਾਅਦੇ ਪੂਰੇ ਕੀਤੇ ਨਾ ਜਾਣ ਦਾ ਦੋਸ਼ ਚੱਲ ਰਹੀ ਹੈ। ਤੁਸੀਂ ਇੱਕ ਗੱਲ ਦੇਖੋ ਕਿ ਜਿਹੜੇ ਸ਼ਮਸ਼ੇਰ ਸਿੰਘ ਦੂਲੋ ਨੇ, ਇਹਨਾਂ ਦੇ ਆਪਣੇ ਰਾਜ ਸਭਾ ਮੈਂਬਰ ਨੇ, ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ, ਵੱਡੇ ਆਗੂ ਨੇ ਉਹ, ਤੇ ਉਹਨਾਂ ਨੇ ਹੁਣ ਉਹਨਾਂ ਦਾ ਬਿਆਨ ਆਇਆ ਕਿ ਕਿਹੜੇ 85% ਵਾਅਦੇ ਪੂਰੇ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹ ਜਦੋਂ ਆਪਣੇ ਲੋਕ ਅਜਿਹੀਆਂ ਗੱਲਾਂ ਕਰਨ ਲੱਗ ਪੈਣ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ 85% ਵਾਅਦੇ ਪੂਰੇ ਕਰਕੇ ਚੰਦਰ ਬਾਬੂ ਨਾਇਡੂ ਦੀ ਸਰਕਾਰ ਦੇ ਜਿਹੜਾ ਰਿਕਾਰਡ ਨੂੰ ਤੋੜਨ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਦਾਅਵਾ ਕੀਤਾ ਸੀ, ਉਹ ਦਾਅਵਾ ਜਿਹੜਾ ਉਹ ਮਿੰਟਾਂ 'ਚ ਉਹਨਾਂ ਨੇ ਸ਼ੂ ਮੰਤਰ ਕਰ ਦਿੱਤਾ। ਤੇ ਇਹ ਹੁਣ ਵੇਖਣਾ ਹੋਏਗਾ ਕਿ ਬਾਜਵਾ ਪਹਿਲਾਂ ਬੋਲ ਰਹੇ ਨੇ, ਦੁੱਲੋਂ ਬੋਲ ਚੁੱਕੇ ਨੇ, ਇਸ ਦੇ ਨਾਲ ਜਿਹੜਾ ਉਹ ਆਪਣਾ ਨਵਜੋਤ ਸਿੰਘ ਸਿੱਧੂ ਬੋਲ ਚੁੱਕੇ ਨੇ,
ਇਸ ਤੋਂ ਬਾਅਦ ਰਮਨੀਤ ਸਿੰਘ ਬਿੱਟੂ ਬੋਲ ਚੁੱਕੇ ਨੇ। ਤੇ ਜਿਉਂ-ਜਿਉਂ ਹੁਣ ਸਮਾਂ ਨੇੜੇ ਆਉਂਦਾ ਜਾਏਗਾ ਇਲੈਕਸ਼ਨ ਦਾ, ਤੇ ਜਿਨ੍ਹਾਂ ਨੂੰ ਆਪਣੀ ਸੀਟਾਂ ਕਮਜ਼ੋਰ ਨਜ਼ਰ ਆਉਣਗੀਆਂ ਵੀ ਅਸੀਂ ਇੱਥੋਂ ਹਾਰ ਸਕਦੇ ਹਾਂ, ਤਾਂ ਉਹਨਾਂ ਦੀਆਂ ਸੁਰਾਂ ਜਿਹੜੀਆਂ ਤੇਜ਼ ਹੋ ਜਾਣੀਆਂ ਨੇ, ਕਿਉਂਕਿ ਉਹ ਸਾਰਾ ਦਾ ਸਾਰਾ ਭਾਂਡਾ ਭੰਨਣਗੇ ਜਿਹੜੀ ਆਪਣੀ ਸਰਕਾਰ ਦੇ ਮੁਖੀਆਂ ਉੱਤੇ ਕਿ ਸਾਡਾ ਕੋਈ ਕਸੂਰ ਨਹੀਂ ਸੀ, ਸਾਡੀ ਤਾਂ ਸੁਣਵਾਈ ਨਹੀਂ ਹੋਈ। ਸੋ ਕੁੱਲ ਮਿਲਾ ਕੇ ਤੁਹਾਨੂੰ ਇਹ ਦੱਸਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰਾਜਨੀਤੀ ਬਹੁਤ ਗਰਮਾਉਣ ਵਾਲੀ ਹੈ। ਜੇਕਰ ਸਮਾਂ ਰਹਿੰਦਿਆਂ ਜਿਹੜਾ ਉਹ ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਆਪਣੇ ਆਪ ਨੂੰ ਕੈਸ਼ ਕਰਨ ਲਈ ਆਪਣਾ ਕੋਈ ਹੱਲ ਨਾ ਕੱਢ ਸਕੀ, ਤਾਂ ਫਿਰ ਜਿਹੜੀ ਉਹ ਸਾਰੀ ਖਿਚੜੀ ਪੱਕ ਜਾਣੀ ਹੈ। ਕਿਉਂਕਿ ਹੁਣ ਜਿਹੜਾ ਉਹ ਡੈਮੋਕ੍ਰੈਟਿਕ ਪਾਰਟੀ, ਅਕਾਲੀ ਦਲ ਡੈਮੋਕ੍ਰੈਟਿਕ, ਤੇ ਤੁਸੀਂ ਉਹ ਬ੍ਰਹਮਪੁਰਾ ਆਉਣ ਵਾਲੇ ਜਿਹੜੇ ਨੇ ਇਹ ਵੀ ਇਕੱਠੇ ਹੋ ਗਏ ਨੇ। ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਚੌਥਾ ਫਰੰਟ ਬੜੇ ਤਕੜੇ ਲੈਵਲ ਦਾ ਸ਼ੁਰੂ ਹੋਣ ਵਾਲਾ ਹੈ। ਦੇਖੋ ਚੌਥਾ ਫਰੰਟ ਕੁਝ ਵੀ ਹੋ ਜਾਏ ਜੀ, ਪਹਿਲੀ ਗੱਲ ਤਾਂ ਤੀਜਾ ਫਰੰਟ ਹੀ ਨਹੀਂ ਅੱਜ ਤੱਕ ਪੰਜਾਬ ਦੇ ਵਿੱਚ ਕਾਮਯਾਬ ਹੋਇਆ। ਕੋਈ ਵੀ ਤੀਜਾ ਫਰੰਟ ਤੁਸੀਂ ਆਹ ਪੰਜਾਬ ਦਾ ਇਤਿਹਾਸ ਚੱਕ ਕੇ ਦੇਖ ਲਓ, ਕੋਈ ਵੀ ਤੀਜਾ ਫਰੰਟ ਅੱਜ ਤੱਕ ਕਾਮਯਾਬ ਹੋਇਆ? ਤੀਜਾ ਫਰੰਟ ਹੀ ਨਹੀਂ ਜਦੋਂ ਤੱਕ ਕਾਮਯਾਬ ਹੋਇਆ, ਤਾਂ ਚੌਥਾ ਫਰੰਟ ਤਾਂ ਜਿਹੜਾ ਉਹ ਬਹੁਤ ਹੀ ਦੂਰ ਦੀ ਗੱਲ ਰਹਿ ਗਈ। ਮੈਨੂੰ ਇਹ ਲੱਗਦਾ ਕਿ ਜੇਕਰ ਬਣਾਉਣ ਦੀ ਲੋੜ ਹੈ ਤਾਂ ਫਿਰ ਕੋਈ ਤੀਜਾ ਫਰੰਟ ਮਜ਼ਬੂਤ ਕਰਨ ਦੀ ਲੋੜ ਹੈ। ਜਿਵੇਂ ਆਮ ਆਦਮੀ ਪਾਰਟੀ ਹੋ ਗਈ, ਪਲੱਸ ਇਹ ਸਾਰੇ ਹੋ ਗਏ, ਕੁਝ ਇੱਕ ਤੀਜਾ ਫਰੰਟ ਜੇਕਰ ਮਜ਼ਬੂਤ ਬਣਾਉਣ ਤਾਂ ਸ਼ਾਇਦ ਕੋਈ ਮਾੜਾ ਮੋਟਾ ਇਹ ਗੱਲ ਕਹੀ ਜਾ ਸਕਦੀ ਹੈ ਵੀ ਕੋਈ ਅੱਗੇ ਕੋਈ ਹੱਲ ਨਿਕਲ ਸਕਦਾ। ਕਿਉਂਕਿ ਇਸ ਵੇਲੇ ਦੋਨਾਂ ਪਾਰਟੀਆਂ ਦੀ ਹਾਲਤ ਜਿਹੜੀ ਆ ਉਹ ਕਾਫੀ ਜਿਹੜੀ ਆ ਉਹ ਨਾਜ਼ੁਕ ਚੱਲ ਰਹੀ ਹੈ ਪੰਜਾਬ ਦੇ ਵਿੱਚ। ਜੇਕਰ ਤੀਜਾ ਫਰੰਟ ਬਣ ਕੇ ਕੋਈ ਵੱਡੇ ਲੈਵਲ ਦੇ ਉੱਤੇ ਅੱਗੇ ਆਉਂਦਾ ਤਾਂ ਕੋਈ ਫਾਇਦਾ ਹੋ ਸਕਦਾ। ਅਦਰਵਾਈਜ਼ ਜਿਹੜਾ ਫਿਰ ਉਹ ਵੋਟਾਂ ਵੰਡਣ ਵਾਲੀ ਉਹ ਗੱਲ ਹੋ ਜਾਏਗੀ, ਇੱਕ ਦੂਜੇ ਦੀ ਵੋਟਾਂ ਤੋੜਨ ਵਾਲੀ ਗੱਲ ਹੋ ਜਾਏਗੀ। ਤੇ ਜਿਹੜੇ ਲੋਕਾਂ ਨੂੰ ਆਪਾਂ ਸੱਤਾ ਤੋਂ ਦੂਰ ਰੱਖਣ ਦੀਆਂ ਗੱਲਾਂ ਕਰ ਰਹੇ ਹਾਂ ਉਹ ਫੇਰ ਦੁਬਾਰਾ ਸੱਤਾ 'ਚ ਆ ਜਾਣਗੇ। ਬਿਲਕੁਲ। ਤਾਂ ਕੁਲਵੰਤ ਜੀ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ, ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ। ਆਏ ਸਨ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਦੇ ਮਾਮਲੇ ਦੇ ਵਿੱਚ ਸਾਡੇ ਨਾਲ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਕੁਲਵੰਤ ਜੀ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।